हेलो स्टूडेंट्स, गुड आफ्टरनून। आई एम हनीश बंसल, आई एम योर बिजनेस स्टडी ਲੈਕਚਰਰ। ਤਾਂ ਸਟੂਡੈਂਟਸ ਅੱਜ ਆਪਾਂ ਚੌਥਾ ਚੈਪਟਰ ਸਟਾਰਟ ਕਰਦੇ ਹਾਂ। ਪਹਿਲੇ ਤਿੰਨ ਚੈਪਟਰ ਆਪਾਂ ਕਰ ਚੁੱਕੇ ਤੇ ਚੌਥਾ ਚੈਪਟਰ ਆਪਾਂ ਸਟਾਰਟ ਕਰ ਰਿਹਾ ਜਿਹਦਾ ਨਾਮ ਹੈ ਪਲੈਨਿੰਗ। ਪਲੈਨਿੰਗ ਦੇ ਵਿੱਚ ਦੇਖੋ ਸਾਰੇ ਸਟੂਡੈਂਟਸ ਦੇਖੋ ਧਿਆਨ ਨਾਲ, ਇਹਦੇ ਵਿੱਚ ਆਪਾਂ ਆਹ ਟੌਪਿਕਸ ਪੜਾਂਗੇ ਸਾਰੇ। ਦੇਖੋ ਕਨਸੈਪਟ, ਇੰਪੋਰਟੈਂਸ, ਲਿਮਿਟੇਸ਼ਨ, ਪਲੈਨਿੰਗ ਪ੍ਰੋਸੈਸ। ਇਹਦੇ ਵਿੱਚ ਕੁਝ ਟੌਪਿਕ ਆਪਣਾ CBSE ਵੱਲੋਂ ਕੀ ਹੋ ਗਿਆ, ਰਿਮੂਵ ਹੋ ਚੁੱਕਾ ਹੈ। ਠੀਕ ਹੈ, 2020-21 ਦੇ ਵਿੱਚ ਜਦੋਂ CBSE ਦੀ ਗਾਈਡਲਾਈਨਸ ਦੇ ਅਕੋਰਡਿੰਗ ਇਹ ਆਪਣਾ ਟੌਪਿਕ ਰਿਮੂਵ ਹੋ ਚੁੱਕਾ। ਮੈਂ ਤੁਹਾਨੂੰ ਦੱਸੂਗਾ ਕਿਹੜਾ ਟੌਪਿਕ ਰਿਮੂਵ ਹੋਇਆ, ਬਟ ਇਹ ਸਿਰਫ 2020 ਅਤੇ 21 ਲਈ ਹੀ ਲਾਗੂ ਹੈ, ਜਿਹੜੇ 2020-21 ਦੇ ਵਿੱਚ ਕਰ ਰਹੇ ਨੇ +2। ਦੇਖੋ ਧਿਆਨ ਨਾਲ ਸੁਣੋ, ਪਲੈਨਿੰਗ ਕੀ ਹੈ। ਕਹਿੰਦੇ ਆਲ ਆਰਗੇਨਾਈਜੇਸ਼ਨ ਵੈਦਰ ਇਟ ਇਜ਼ ਅ ਗਵਰਨਮੈਂਟ, ਏ ਪ੍ਰਾਈਵੇਟ ਬਿਜ਼ਨਸ ਔਰ ਏ ਸਮਾਲ ਬਿਜ਼ਨਸਮੈਨ ਰਿਕੁਆਇਰ ਪਲੈਨਿੰਗ। ਚਾਹੇ ਦੇਖੋ ਧਿਆਨ ਨਾਲ, ਪਹਿਲੀ ਲਾਈਨ ਸਪਸ਼ਟ ਹੀ ਲਿਖੀ ਹੋਈ ਆ। ਕਹਿੰਦੇ ਚਾਹੇ ਉਹ ਪ੍ਰਾਈਵੇਟ ਬਿਜ਼ਨਸ ਹੋਵੇ, ਚਾਹੇ ਉਹ ਸਮਾਲ ਬਿਜ਼ਨਸ ਹੋਵੇ, ਚਾਹੇ ਉਹ ਗਵਰਨਮੈਂਟ ਬਿਜ਼ਨਸ ਹੋਵੇ, ਉਹਨੂੰ ਪਲੈਨਿੰਗ ਦੀ ਜ਼ਰੂਰਤ ਹੁੰਦੀ ਆ। ਟੂ ਟਰਨ ਦੇਅਰ ਡਰੀਮਸ ਆਫ increase in sale, earning high profit and getting success in business, all businessmen have to think about future, make prediction and achieve target, to decide what to do, how to do, when to do, they do planning। ਦੇਖੋ ਧਿਆਨ ਨਾਲ, ਹੁਣ ਦੇਖੋ ਹਰੇਕ ਬੰਦੇ ਦਾ, ਬਿਜ਼ਨਸਮੈਨ ਦਾ ਡਰੀਮ ਹੁੰਦਾ ਹੈ ਕਿ ਉਹਦੀ ਸੇਲ ਜ਼ਿਆਦਾ ਤੋਂ ਜ਼ਿਆਦਾ ਹੋਵੇ, ਉਹਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ, ਉਹਨੂੰ ਸਕਸੈਸ ਵੱਧ ਤੋਂ ਵੱਧ ਮਿਲੇ। ਇਹੀ ਡਰੀਮ ਹੁੰਦਾ ਨਾ, ਹਰੇਕ ਬਿਜ਼ਨਸਮੈਨ ਦਾ ਡਰੀਮ ਇਹੀ ਹੁੰਦਾ। ਠੀਕ ਹੈ, ਅਤੇ ਇਹ ਸਾਰੀ ਚੀਜ਼ਾਂ ਕਿਸ ਚੀਜ਼ ਨਾਲ ਪੋਸੀਬਲ ਹੈ। ਆਪਾਂ ਜੇਕਰ ਪ੍ਰੈਜੈਂਟ ਦੇ ਵਿੱਚ ਪਲੈਨਿੰਗ ਕਰਾਂਗੇ ਕਿਸ ਚੀਜ਼ ਲਈ, ਫਿਊਚਰ ਲਈ, ਤਾਂ ਉਹਨੂੰ ਕੀ ਬੋਲਦੇ ਹਾਂ ਆਪਾਂ, ਪਲੈਨਿੰਗ। ਅਤੇ ਪਲੈਨਿੰਗ ਦੇ ਵਿੱਚ ਕੀ ਡਿਸਾਈਡ ਕੀਤਾ ਜਾਂਦਾ ਹੈ, ਇਹ ਵਾਟ ਟੂ ਡੂ, ਠੀਕ ਹੈ, ਅਤੇ ਹਾਊ ਟੂ ਡੂ ਅਤੇ ਵੈਨ ਟੂ ਡੂ, ਇਹ ਸਾਰਾ ਕੀ ਪਾਰਟ ਆ ਜਾਂਦਾ, ਪਲੈਨਿੰਗ ਦਾ ਪਾਰਟ ਆ ਜਾਂਦਾ ਹੈ। ਤਾਂ ਸਟੂਡੈਂਟਸ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ, ਤੁਸੀਂ ਜਦੋਂ ਵੀਡੀਓ ਦੇਖਦੇ ਹੋ ਤਾਂ ਇਹਦੀ ਕੁਆਲਿਟੀ ਹੈ ਹਾਈ ਕਰ ਲਿਆ ਕਰੋ, 480 'ਤੇ ਜਾਂ 720 'ਤੇ। ਠੀਕ ਹੈ, ਕੁਆਲਿਟੀ ਹਾਈ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਸਾਫ਼ ਅਕਸ਼ਰ ਦਿਖਣ। ਠੀਕ ਹੈ, ਹੁਣ ਤੁਹਾਨੂੰ ਇੰਟਰੋਡਕਸ਼ਨ ਪੜ੍ਹ ਲਿਆ, ਹੁਣ ਆਪਾਂ ਪੜ੍ਹਾਂਗੇ ਮੀਨਿੰਗ ਆਫ ਪਲੈਨਿੰਗ। ਠੀਕ ਹੈ, ਪਲੈਨਿੰਗ ਕੈਨ ਬੀ ਡਿਫਾਈਨਡ ਥਿੰਕਿੰਗ in advance what is to be done and when is to be done, how is to be done and whom is to be done। ਦੇਖੋ ਧਿਆਨ ਨਾਲ, ਇਹਦੇ ਪਲੈਨਿੰਗ ਨੂੰ ਡਿਫਾਈਨ ਕੀਤਾ ਗਿਆ ਹੈ ਕਿ ਆਪਾਂ ਨੇ ਐਡਵਾਂਸ 'ਚ ਥਿੰਕਿੰਗ ਕਰਨੀ ਹੈ। ਮਤਲਬ ਅੱਜ ਆਪਾਂ ਖੜ੍ਹੇ ਹਾਂ ਤਾਂ ਅੱਜ ਤੋਂ ਬਾਅਦ ਆਉਣ ਵਾਲੇ ਟਾਈਮ ਦੇ ਲਈ ਆਪਾਂ ਕੀ ਕਰਨੀ ਹੈ, ਪਲੈਨਿੰਗ ਕਰਨੀ ਹੈ। ਉਹਦੇ ਵਿੱਚ ਇਹ ਦੇਖਣਾ ਹੈ ਕਿ ਕਿਹੜਾ ਬੰਦਾ ਕਿਹੜਾ ਕੰਮ ਕਰੇਗਾ ਇਨ ਫਿਊਚਰ 'ਚ, ਕਿਹੜਾ ਕਰੇਗਾ, ਕਿਵੇਂ ਹੋਏਗਾ, ਕਿਸ ਤਰੀਕੇ ਨਾਲ ਕਰਨਾ ਹੈ, ਸਾਰਾ ਕੁਛ ਕੀ ਹੈ ਪਲੈਨਿੰਗ ਦੇ ਵਿੱਚ ਹੀ ਡਿਸਾਈਡ ਕੀਤਾ ਜਾਂਦਾ। ਇਨ ਸਿੰਪਲ ਵਰਡ ਵੀ ਕੈਨ ਸੇ ਪਲੈਨਿੰਗ ਬ੍ਰਿਜ ਦਾ ਗੈਪ ਬਿਟਵੀਨ ਵੇਅਰ ਵੀ ਆਰ ਸਟੈਂਡਿੰਗ ਟੂਡੇ ਐਂਡ ਵੇਅਰ ਵੀ ਵਾਂਟ ਟੂ ਰੀਚ। ਦੇਖੋ ਸਿੰਪਲ ਵਰਡ ਦੇ ਵਿੱਚ ਦੱਸਦਾ ਕਿ ਆਪਾਂ ਅੱਜ ਇੱਥੇ ਖੜ੍ਹੇ ਹਾਂ ਅਤੇ ਆਪਾਂ ਨੇ ਕਿੱਥੇ ਪਹੁੰਚਣਾ ਹੈ। ਇਹਦੇ ਵਾਸਤੇ ਉਹ ਜਿਸ ਜਗ੍ਹਾ 'ਤੇ ਆਪਾਂ ਪਹੁੰਚਣਾ ਚਾਹੁੰਦੇ ਹਾਂ, ਜਿਸ ਗੋਲ ਨੂੰ ਆਪਾਂ ਅਚੀਵ ਕਰਨਾ ਚਾਹੁੰਦੇ ਹਾਂ, ਉਹ ਉੱਥੇ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਕੀ ਕਰਨੀ ਪੈਂਦੀ ਹੈ, ਪਲੈਨਿੰਗ। ਦੇਖੋ ਮੈਂ ਸਿੰਪਲ ਸਪਸ਼ਟ ਇੱਕ ਲਾਈਨ ਦਾ ਤੁਹਾਨੂੰ ਕਲੀਅਰ ਕੱਟ ਮੀਨਿੰਗ ਸਮਝਾ ਰਿਹਾ ਤਾਂ ਜੋ ਤੁਹਾਨੂੰ 1% ਵੀ ਦਿੱਕਤ ਨਾ ਆਵੇ। ਦੇਖੋ ਜਿਵੇਂ ਡਾਇਗਰਾਮ ਦੇ ਵਿੱਚ ਬਣਿਆ ਹੋਇਆ, ਦੇਖੋ ਪ੍ਰੈਜੈਂਟ ਪੋਜੀਸ਼ਨ, ਦੇਖੋ ਫਿਊਚਰ ਸਿਚੁਏਸ਼ਨ। ਸਿੰਪਲ ਦੇਖੋ ਪ੍ਰੈਜੈਂਟ ਪੋਜੀਸ਼ਨ ਅਤੇ ਫਿਊਚਰ ਸਿਚੁਏਸ਼ਨ। ਠੀਕ ਹੈ, ਅੱਗੇ ਦੇਖੋ ਪਲੈਨਿੰਗ ਇਨਵੋਲਵ ਗੈਟਿੰਗ। ਦੇਖੋ ਪਲੈਨਿੰਗ ਇਨਵੋਲਵ ਕੀਤੀ ਜਾਂਦੀ ਹੈ, ਦੇਖੋ ਗੈਟ ਜਾਂ ਸੈਟਿੰਗ ਓਬਜੈਕਟਿਵਸ ਐਂਡ ਡਿਸਾਈਡਿੰਗ ਇਨ ਐਡਵਾਂਸ ਦਾ ਐਪਰੋਪ੍ਰੀਏਟ ਕੋਰਸ ਆਫ ਐਕਸ਼ਨ ਟੂ ਅਚੀਵ these objectives। So we can also define planning as setting up of objective and targets and formulating an action plan to achieve them। ਦੇਖੋ ਧਿਆਨ ਨਾਲ, ਇਹਦੇ ਪਲੈਨਿੰਗ ਦੇ ਵਿੱਚ ਕੀ ਚੀਜ਼ਾਂ ਇਨਵੋਲਵ ਹੁੰਦੀਆਂ ਨੇ। ਇਹਦੇ ਵਿੱਚ ਆਪਾਂ ਓਬਜੈਕਟਿਵ ਆਪਣਾ ਹੁੰਦਾ ਉਦੇਸ਼, ਇਹ ਹੁੰਦਾ ਆਪਣਾ ਉਦੇਸ਼। ਆਪਾਂ ਆਪਣੇ ਕੀ ਕਰਦੇ ਹਾਂ, ਓਬਜੈਕਟਿਵ ਨੂੰ ਕੀ ਕਰਦੇ ਹਾਂ, ਸੈੱਟ ਕਰ ਲੈਂਦੇ ਹਾਂ। ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਆਪਾਂ ਨੇ ਉਹ ਜਿਹੜਾ ਓਬਜੈਕਟਿਵ ਸੈੱਟ ਕੀਤਾ ਹੋਇਆ, ਆਪਾਂ ਐਡਵਾਂਸ ਹੀ ਉਹਦੇ ਉੱਤੇ ਕੰਮ ਕਰਨਾ ਚਾਲੂ ਕਰ ਦਿੰਦੇ ਹਾਂ ਕਿ ਆਪਾਂ ਨੇ ਓਬਜੈਕਟਿਵ ਨੂੰ ਕਿਵੇਂ ਸੈੱਟ ਕਰਨਾ ਹੈ, ਕਿਵੇਂ ਉਹ ਟਾਰਗੇਟਸ ਨੂੰ ਉਹ ਅਚੀਵ ਕਰਨੇ, ਕਿਵੇਂ ਫੋਰਮੂਲੇਟ ਕਰਨਾ ਆਪਣੇ, ਤਾਂ ਜੋ ਆਪਾਂ ਨੇ ਜਿਹੜੇ ਓਬਜੈਕਟਿਵ ਸੈੱਟ ਕੀਤੇ ਨੇ ਉਹ ਅਚੀਵ ਹੋ ਜਾਣ। ਅਤੇ ਇਹ ਪਲੈਨਿੰਗ ਦੇ ਵਿੱਚ ਕੀਤਾ ਜਾਂਦਾ। ਅਨਦਰ ਇੰਪੋਰਟੈਂਟ ਇੰਗਰੀਡੀਐਂਟ ਆਫ ਪਲੈਨਿੰਗ ਇਜ਼ ਟਾਈਮ। ਪਲਾਨ ਆਰ ਆਲਵੇਜ਼ ਡਿਵੈਲਪਡ ਫੋਰ ਏ fixed time period as no business can go on planning endlessly। ਦੇਖੋ ਧਿਆਨ ਨਾਲ
ਕਹਿੰਦੇ ਪਲੈਨਿੰਗ ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈ ਕਿ ਪਲੈਨਿੰਗ ਹਮੇਸ਼ਾ ਚੱਲਦੀ ਰਹਿੰਦੀ ਹੈ, ਕਿ ਪਲੈਨਿੰਗ ਕਦੇ ਵੀ ਨਹੀਂ ਰੁਕਦੀ। ਠੀਕ ਹੈ, ਐਵੇਂ ਨਹੀਂ ਹੈਗਾ ਕਿ ਕਿਸੇ ਜਗ੍ਹਾ 'ਤੇ ਪਾਰਟੀਕੂਲਰ ਜਗ੍ਹਾ 'ਤੇ ਆ ਕੇ ਪਲੈਨਿੰਗ ਰੁਕ ਗਈ। ਤਾਂ ਪਲੈਨਿੰਗ ਹਮੇਸ਼ਾ ਟਾਈਮ ਟੂ ਟਾਈਮ ਚੱਲਦੀ ਰਹਿੰਦੀ ਹੈ। ਠੀਕ ਹੈ, ਕਦੇ ਵੀ ਫਿਕਸ ਨਹੀਂ ਹੁੰਦੀ, ਇਹ ਹਮੇਸ਼ਾ ਚੱਲਦੀ ਰਹਿੰਦੀ ਹੈ। ਇਸ ਲਈ ਕਦੇ ਵੀ ਇਹਦਾ ਐਂਡ ਨਹੀਂ ਹੋ ਸਕਦਾ ਪਲੈਨਿੰਗ ਦਾ। ਆਪਾਂ ਕਿਸੇ ਪਾਰਟੀਕੂਲਰ ਚੀਜ਼ ਦੇ ਲਈ ਪਲਾਨ ਕਰ ਲੈਂਦੇ ਹਾਂ, ਠੀਕ ਹੈ, ਆਪਾਂ ਨੇ ਉਸ ਜਗ੍ਹਾ 'ਤੇ ਪਹੁੰਚਣ ਵਾਸਤੇ, ਬਟ ਟਾਈਮ ਟੂ ਟਾਈਮ ਅਗਰ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਹੈ ਤਾਂ ਆਪਾਂ ਨੂੰ ਬਾਰ-ਬਾਰ ਪਲੈਨਿੰਗ ਕਰਨੀ ਪੈਂਦੀ ਹੈ। ਸਮਝ ਆਈ ਗੱਲ? ਮਤਲਬ ਇੱਕ ਸਿੰਪਲ ਜੀ ਗੱਲ ਤੁਹਾਨੂੰ ਸਮਝਾ ਦਿੰਦਾ ਕਿ ਆਪਾਂ ਜਦੋਂ ਪਲਾਨ ਕਰਦੇ ਹਾਂ, ਆਪਾਂ ਫਿਕਸ ਪੀਰੀਅਡ ਟਾਈਮ ਲਈ ਪਲਾਨ ਕਰ ਲੈਂਦੇ ਹਾਂ। ਫਿਕਸ ਪੀਰੀਅਡ ਟਾਈਮ ਲਈ ਪਲਾਨ ਕਰ ਲੈਂਦੇ ਹਾਂ ਕਿ ਹਾਂ ਵੀ ਆਹ ਜਗ੍ਹਾ ਤੋਂ ਆਹ ਜਗ੍ਹਾ ਪਹੁੰਚਣਾ ਤਾਂ ਇਹਨੂੰ ਇਸ ਤਰੀਕੇ ਨਾਲ ਪਹੁੰਚਿਆ ਜਾ ਸੋ, ਇਹ ਆਪਾਂ ਪਲਾਨ ਕਰ ਲਿਆ। ਐਜ਼ ਨੋ ਬਿਜ਼ਨਸ ਕੈਨ ਗੋ ਔਨ ਪਲੈਨਿੰਗ ਐਂਡਲੈਸਲੀ। ਕਹਿੰਦੇ ਫਿਰ ਜਦੋਂ ਕੋਈ ਵੀ ਬਿਜ਼ਨਸਮੈਨ ਉਹ ਜਗ੍ਹਾ 'ਤੇ ਪਹੁੰਚਣ ਵਾਸਤੇ ਬਿਨਾਂ ਪਲਾਨ ਤੋਂ ਨਹੀਂ ਪਹੁੰਚ ਸਕਦਾ। ਇਸ ਲਈ ਆਹ ਚੀਜ਼ ਇਹਦੇ ਅੰਦਰ ਆ ਜਾਂਦੀ ਹੈ। ਤਾਂ ਆਈ ਹੋਪ ਸਾਰਿਆਂ ਨੂੰ ਮੀਨਿੰਗ ਕਲੀਅਰ ਕੱਟ ਸਮਝ ਆਇਆ ਹੋਊਗਾ। ਨੈਕਸਟ ਪੇਜ 'ਤੇ ਦੇਖਦੇ ਆਪਾਂ। ਦੇਖੋ ਸਟੂਡੈਂਟਸ, ਅੱਗੇ ਮੀਨਿੰਗ ਦੇ ਵਿੱਚ ਕੁਝ ਹੋਰ ਲਾਈਨਾਂ ਨੇ। ਕੀਪਿੰਗ ਇਨ ਮਾਈਂਡ ਦਾ ਟਾਈਮ ਡਿਮੈਂਸ਼ਨ ਵੀ ਕੈਨ ਡਿਫਾਈਨਿੰਗ ਪਲੈਨਿੰਗ ਸੈਟਿੰਗ objective for a given time period, formulating various course of action to achieve them, and then selecting the best possible alternative from the different course of action। ਸਿੰਪਲ ਮਤਲਬ ਸਮਝਾਉਣਾ, ਆਪਾਂ ਪਹਿਲਾਂ ਕੀ ਕਰਦੇ ਹਾਂ, ਓਬਜੈਕਟਿਵ ਸੈੱਟ ਕਰ ਲੈਂਦੇ ਹਾਂ। ਓਬਜੈਕਟਿਵ ਸੈੱਟ ਕਰਨ ਲਈ ਫਿਰ ਆਪਾਂ ਕੀ ਕਰਦੇ ਹਾਂ, ਬਹੁਤ ਸਾਰੇ ਚੀਜ਼ਾਂ ਦੇਖਦੇ ਹਾਂ ਕਿ ਆਪਾਂ ਨੂੰ ਓਬਜੈਕਟਿਵ ਨੂੰ ਪਹੁੰਚਣ ਵਾਸਤੇ ਕਿਸ ਤਰੀਕੇ ਨਾਲ ਪਹੁੰਚਣਾ ਚਾਹੀਦਾ। ਆਪਾਂ ਕੀ ਕਰਦੇ ਹਾਂ, ਫੋਰਮੂਲੇਟ ਕਰਦੇ ਹਾਂ। ਠੀਕ ਹੈ, ਟਾਰਗੇਟਸ ਨੂੰ ਫੋਰਮੂਲੇਟ ਕਰਦੇ ਹਾਂ। ਫਿਰ ਜੋ ਬਹੁਤ ਸਾਰੇ ਆਪਾਂ ਨੂੰ ਅਲਟਰਨੇਟਿਵਸ ਦਿਖਦੇ ਨੇ ਕਿ ਹਾਂ ਇਹ ਰਸਤੇ 'ਤੇ ਜਾਈਏ ਤਾਂ ਇਸ ਤਰੀਕੇ ਨਾਲ ਉਹ ਇਹ ਜਾਈਏ, ਮਤਲਬ ਬਹੁਤ ਸਾਰੇ ਅਲਟਰਨੇਟਿਵਸ ਦਿਖਦੇ ਨੇ ਆਪਣੀ ਪਲੈਨਿੰਗ, ਆਪਣੇ ਓਬਜੈਕਟਿਵ ਨੂੰ ਪੂਰਾ ਕਰਨ ਲਈ। ਆਪਾਂ ਉਹਨਾਂ ਦੇ ਵਿੱਚ ਬੈਸਟ ਅਲਟਰਨੇਟਿਵ ਨੂੰ ਚੁਣ ਲੈਣਾ ਹੈ ਕਿ ਹਾਂ ਆਪਣੇ ਓਬਜੈਕਟਿਵ ਨੂੰ ਪੂਰਾ ਕਰਨ ਲਈ ਇਹ ਵਾਲਾ ਮਤਲਬ ਕੋਰਸ ਆਫ ਬਿਜ਼ਨਸ ਬੈਸਟ ਹੈ। ਕਹਿਣ ਦਾ ਮਤਲਬ ਇਹ ਹੈ ਕਿਸੇ ਟਾਰਗੇਟ ਨੂੰ ਅਚੀਵ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਜਾਂਦੀਆਂ ਨੇ ਕਿ ਹਾਂ ਆਹ ਟਾਰਗੇਟ ਨੂੰ ਇਸ ਤਰੀਕੇ ਨਾਲ ਵੀ ਕੀਤਾ ਜਾ ਸਕਦਾ, ਇਸ ਤਰੀਕੇ ਨਾਲ ਵੀ ਕੀਤਾ ਜਾ ਸਕਦਾ, ਪਰ ਆਪਾਂ ਉਹਦੇ ਵਿੱਚ ਬੈਸਟ ਅਲਟਰਨੇਟਿਵਸ ਚੁਣਦੇ ਹਾਂ ਤਾਂ ਜੋ ਆਪਣੇ ਓਬਜੈਕਟਿਵਸ ਆਰਾਮ ਨਾਲ ਅਚੀਵ ਹੋ ਸਕਣ। ਕਲੀਅਰ ਗੱਲ ਸਟੂਡੈਂਟਸ? ਅੱਗੇ ਦੇਖੋ ਸਟੂਡੈਂਟਸ, ਤੁਹਾਨੂੰ ਡੈਫੀਨੇਸ਼ਨਸ ਦੇ ਰੱਖੀਆਂ ਨੇ, ਇਹਨਾਂ ਦੇ ਵਿੱਚ ਇੱਕ ਡੈਫੀਨੇਸ਼ਨ ਜ਼ਰੂਰ ਯਾਦ ਕਰਿਓ। ਤੁਹਾਨੂੰ ਮੈਂ ਪੂਰਾ ਅੱਛੇ ਤਰੀਕੇ ਨਾਲ ਮੀਨਿੰਗ ਸਮਝਾਇਆ ਤਾਂ ਡੈਫੀਨੇਸ਼ਨ ਇੱਕ ਜ਼ਰੂਰ ਯਾਦ ਕਰਿਓ ਜੋ ਐਜ਼ ਇਟ ਇਜ਼ ਲਿਖਣੀ ਹੁੰਦੀ ਆ ਤੁਸੀਂ। ਅੱਗੇ ਦੇਖਦੇ ਆਪਾਂ ਫੀਚਰਸ। ਦੇਖੋ ਸਟੂਡੈਂਟਸ, ਫੀਚਰਸ ਕੀ ਹੁੰਦੇ ਨੇ? ਹੁਣ ਦੇਖੋ ਫੀਚਰ, ਨੇਚਰ ਹੈ, ਕੈਰੈਕਟਰਿਸਟਿਕਸ ਆਫ ਪਲੈਨਿੰਗ, ਇਹ ਤਿੰਨਾਂ ਦੇ ਵਿੱਚ ਇਹੀ ਪੁਆਇੰਟ ਆਉਣਗੇ। ਠੀਕ ਹੈ, ਦੇਖੋ ਪਹਿਲਾ ਪੁਆਇੰਟ ਕੀ ਆ, ਪਲੈਨਿੰਗ ਕੰਟਰੀਬਿਊਟਸ ਟੂ ਓਬਜੈਕਟਿਵ। ਪਲੈਨਿੰਗ ਕੰਟਰੀਬਿਊਟ ਕਰਦੀ ਆ ਓਬਜੈਕਟਿਵ ਨੂੰ। ਓਬਜੈਕਟਿਵ ਦਾ ਮਤਲਬ ਹੁੰਦਾ ਉਦੇਸ਼। ਕਹਿੰਦੇ ਪਲੈਨਿੰਗ ਸਟਾਰਟ with the determination of objective. We cannot think of planning is in absence of objective. After setting up the objective, planning decide the method, procedure, steps to be taken for achievement of set objectives। ਇਹਦੇ ਪਹਿਲਾਂ ਕੀ ਹੁੰਦਾ, ਪਲੈਨਿੰਗ ਕੀ ਕਰਦੀ ਹੈ, ਓਬਜੈਕਟਿਵ ਨੂੰ ਕੰਟਰੀਬਿਊਟ ਕਰਦੀ ਹੈ। ਪਹਿਲਾਂ ਕੀ ਕੀਤਾ ਜਾਂਦਾ ਕਿ ਆਪਾਂ ਪਹਿਲਾਂ ਕੋਈ ਵੀ ਕੰਮ ਕਰਨ ਲਈ ਪਹਿਲਾਂ ਕੀ ਕਰਦੇ ਹਾਂ, ਓਬਜੈਕਟਿਵ ਨੂੰ ਪਲਾਨ ਕਰਦੇ ਹਾਂ ਕਿ ਆਪਣਾ ਓਬਜੈਕਟਿਵ ਕੀ ਰਹੇਗਾ। ਉਹ ਫਿਰ ਜਦੋਂ ਓਬਜੈਕਟਿਵ ਸੈੱਟ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਉਹਨੂੰ ਓਬਜੈਕਟਿਵ ਨੂੰ ਪੂਰਾ ਕਰਨ ਲਈ ਆਪਾਂ ਮੈਥਡਸ ਦੇਖਦੇ ਹਾਂ, ਪ੍ਰੋਸੀਜਰ ਦੇਖਦੇ ਹਾਂ, ਕੀ ਸਟੈਪ ਉਠਾਉਣੇ ਚਾਹੀਦੇ ਨੇ ਤਾਂ ਜੋ ਆਪਣੇ ਓਬਜੈਕਟਿਵ ਅਚੀਵ ਹੋ ਸਕਣ। ਸਿੰਪਲ ਜੀ ਗੱਲ ਹੈ, ਕੋਈ ਵੀ ਕੰਮ ਨੂੰ ਕਰਨ ਲਈ ਪਹਿਲਾਂ ਆਪਾਂ ਆਪਣੇ ਓਬਜੈਕਟਿਵ ਨੂੰ ਚੂਜ਼ ਕਰਨਾ ਹੁੰਦਾ ਕਿ ਆਪਾਂ ਨੇ ਓਬਜੈਕਟਿਵ ਕੀ ਨੇ। ਫਿਰ ਓਬਜੈਕਟਿਵ ਜਦੋਂ ਆਪਾਂ ਨੇ ਸੈੱਟ ਕਰ ਲਏ ਤਾਂ ਉਸ ਤੋਂ ਬਾਅਦ ਉਹਦੇ ਅੱਗੇ ਦੇਖਿਆ ਜਾਂਦਾ ਕਿ ਓਬਜੈਕਟਿਵ ਨੂੰ ਆਪਾਂ ਕਿਵੇਂ ਅਚੀਵ ਕਰ ਸਕਦੇ ਹਾਂ। ਕਲੀਅਰ ਹੈ ਗੱਲ ਸਟੂਡੈਂਟਸ? ਅੱਗੇ ਦੇਖੋ ਕਿ ਦੂਸਰਾ ਪੁਆਇੰਟ ਕੀ ਹੈ, ਪਲੈਨਿੰਗ ਇਜ਼ ਪ੍ਰਾਇਮਰੀ ਫੰਕਸ਼ਨ ਆਫ ਮੈਨੇਜਮੈਂਟ। ਕਹਿੰਦੇ ਪਲੈਨਿੰਗ ਕੀ ਹੈ, ਇੱਕ ਪ੍ਰਾਇਮਰੀ ਫੰਕਸ਼ਨ ਹੈ, ਮਤਲਬ ਇੱਕ ਪਹਿਲੀ ਸਟੇਜ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਪਹਿਲਾਂ ਪਲੈਨਿੰਗ ਹੋਣੀ ਜ਼ਰੂਰੀ ਹੈ, ਇਸ ਲਈ ਇੱਕ ਪ੍ਰਾਇਮਰੀ ਸਟੇਜ ਹੁੰਦੀ ਹੈ। ਕਹਿੰਦੇ ਪਲੈਨਿੰਗ ਇਜ਼ ਦਾ ਪ੍ਰਾਇਮਰੀ ਔਰ ਫਸਟ ਫੰਕਸ਼ਨ ਟੂ ਬੀ ਪਰਫੋਰਮਡ ਬਾਏ ਐਵਰੀ ਮੈਨੇਜਰ। No other function can be executed by the manager without performing planning function, because objectives are set up in planning and other function depend on the objectives only। ਇਹਦੇ ਪਲੈਨਿੰਗ ਕੀ ਹੈ, ਹਮੇਸ਼ਾ ਇੱਕ ਪ੍ਰਾਇਮਰੀ ਫੰਕਸ਼ਨ, ਫਸਟ ਫੰਕਸ਼ਨ ਹੁੰਦਾ ਇੱਕ ਮੈਨੇਜਰ ਦਾ।
ठीक है। तो वो कोई भी काम ਨੂੰ स्टार्ट करने वास्ते पहला तो वो सब तो पहला प्लैनिंग ही एग्जीक्यूट करेगा। बिना प्लैनिंग तो कोई भी काम नहीं चलाया जा सकता। इसलिए अपने प्लैनिंग ਦੇ ਵਿੱਚ ਹੀ ਸਾਰੇ ਪਹਿਲਾਂ ਓਬਜੈਕਟਿਵ ਐਗਜ਼ੀਕਿਊਟ ਕੀਤੇ ਜਾਂਦੇ ਆ, ਫਿਰ ਉਸ ਤੋਂ ਬਾਅਦ ਹੀ ਆਪਾਂ ਕੋਈ ਕੰਮ ਕਰਦੇ ਆ। ਸਾਰਾ ਪਹਿਲਾਂ ਪਲੈਨਿੰਗ ਦੇ ਵਿੱਚ ਹੀ ਹੁੰਦਾ ਹੈ। ਇਸ ਲਈ ਇਹ ਕੀ ਹੈ, ਆਪਣਾ ਪ੍ਰਾਇਮਰੀ ਫੰਕਸ਼ਨ ਹੈ। ਤਾਂ ਤੁਹਾਨੂੰ ਸੈਕਿੰਡ ਪੁਆਇੰਟ ਵੀ ਕਲੀਅਰ ਕੱਟ ਸਮਝ ਆ ਗਿਆ ਹੋਣਾ ਸਟੂਡੈਂਟਸ। ਫਿਰ ਆਪਾਂ ਹੁਣ ਇਹਦੀ ਪਲੈਨਿੰਗ ਇਜ਼ ਪ੍ਰਾਇਮਰੀ ਫੰਕਸ਼ਨ ਆਫ ਮੈਨੇਜਮੈਂਟ ਦੀ ਇੱਕ ਆਪਾਂ ਐਗਜ਼ਾਮਪਲ ਪੜ੍ਹ ਲੈਂਦੇ ਹਾਂ। देखो स्टूडेंट्स एग्जाम्पल, इन organizing function manager assign authority and responsibility to the employee, and level of authority and responsibility depend upon the objective of the company. Similarly, in staffing, the employee are appointed. The number and type of employee again depend on the objective of the company. So planning always precedes the remains at number one as compared to other function. देखो ध्यान ਨਾਲ ਸਿੰਪਲ ਜੀ ਗੱਲ ਹੈ। ਜਿਹੜਾ ਪਲੈਨਿੰਗ ਹੈ ਉਹ ਹੁਣ ਆਪਾਂ ਹਮੇਸ਼ਾ ਕੀ ਆ, ਦੇਖੋ ਸਿੰਪਲ ਗੱਲ ਹੈ। ਔਰਗੇਨਾਈਜੇਸ਼ਨ ਫੰਕਸ਼ਨ ਦੇ ਵਿੱਚ ਕੀ ਹੁੰਦਾ, ਔਰਗੇਨਾਈਜ਼ਿੰਗ ਫੰਕਸ਼ਨ ਦੇ ਵਿੱਚ ਕੀ ਹੁੰਦਾ, ਅੱਗੇ ਜਦੋਂ ਅਗਲਾ ਫੰਕਸ਼ਨ ਆਏਗਾ ਉਹਦੇ ਵਿੱਚ ਆਪਾਂ ਸਾਰਿਆਂ ਬੰਦਿਆਂ ਦੀ ਮੈਨੇਜਰ ਅਸਾਈਨ ਕਰ ਦਿੰਦਾ ਅਥੋਰਟੀ ਰਿਸਪੋਂਸੀਬਿਲਿਟੀ, ਠੀਕ ਹੈ, ਇੰਪਲੋਈ ਦੀ। ਫਿਰ ਕਿਆ, ਫਿਰ ਉਸ ਤੋਂ ਬਾਅਦ ਅੱਗੇ ਸਟਾਫਿੰਗ ਦੇ ਵਿੱਚ ਇੰਪਲੋਈ ਨੂੰ ਅਪੁਆਇੰਟ ਕੀਤਾ ਜਾਂਦਾ ਅਤੇ ਫਿਰ ਉਹਨੂੰ ਉਹ ਜਿਹੜਾ ਓਬਜੈਕਟਿਵ ਆਪਾਂ ਤੈਅ ਕੀਤਾ ਉਸ ਦੇ ਅਕੋਰਡਿੰਗ ਉਹਨੂੰ ਕੰਮ ਕਰਨ ਲਈ ਕਿਹਾ ਜਾਂਦਾ। ਤਾਂ ਜੇਕਰ ਆਪਣਾ ਪਲਾਨ ਉਸ ਓਬਜੈਕਟਿਵ ਦੇ ਅਕੋਰਡਿੰਗ ਚੱਲ ਰਿਹਾ ਤਾਂ ਆਪਣਾ ਕੀ ਹੈ, ਆਪਣਾ ਕੰਮ ਵੀ ਵਧੀਆ ਤਰੀਕੇ ਨਾਲ ਹੋਏਗਾ। ਦੇਖੋ ਸਿੰਪਲ ਜੀ ਗੱਲ ਸਮਝਾਉਣਾ, ਜਦੋਂ ਆਪਣਾ ਕੋਈ ਕੰਮ ਹੁੰਦਾ ਨਾ, ਪਹਿਲਾਂ ਪਲਾਨ ਹੁੰਦਾ, ਫਿਰ ਉਸ ਤੋਂ ਬਾਅਦ ਔਰਗੇਨਾਈਜ਼ਿੰਗ, ਫਿਰ ਹੁੰਦੀ ਹੈ ਸਟਾਫਿੰਗ, ਫਿਰ ਡਾਇਰੈਕਟਿੰਗ, ਫਿਰ ਕੰਟਰੋਲਿੰਗ। ਜਦੋਂ ਪਲਾਨ ਹੋਊਗਾ ਕੋਈ ਚੀਜ਼ ਤਾਂ ਹੀ ਆਪਾਂ ਉਹਦਾ ਸਟਰਕਚਰ ਤਿਆਰ ਕਰਦੇ ਹੁੰਦੇ ਹਾਂ ਔਰਗੇਨਾਈਜ਼ਿੰਗ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਾਂ ਸਟਾਫ ਅਪੁਆਇੰਟ ਕਰਦੇ ਹੁੰਦੇ ਹਾਂ, ਕੋਈ ਇੰਪਲੋਈ ਨੂੰ ਰੱਖਦੇ ਹਾਂ ਤਾਂ ਜੋ ਸਟਰਕਚਰ ਦੇ ਉੱਤੇ ਕੰਮ ਕਰ ਸਕੇ, ਠੀਕ ਹੈ, ਤਾਂ ਜੋ ਉਹ ਜਿਹੜਾ ਆਪਾਂ ਪਲਾਨ ਕੀਤਾ ਉਹਦੇ ਅਕੋਰਡਿੰਗ ਕੰਮ ਕਰ ਸਕਦੇ। ਜਦੋਂ ਆਪਣਾ ਕੰਮ ਵਧੀਆ ਤਰੀਕੇ ਨਾਲ ਹੁੰਦਾ ਤਾਂ ਆਪਣੇ ਓਬਜੈਕਟਿਵਸ ਆਰਾਮ ਨਾਲ ਅਚੀਵ ਹੋ ਰਹੇ ਹੁੰਦੇ ਨੇ। ਤਾਂ ਇਸ ਲਈ ਇਹ ਸਿਸਟਮ ਹੈ। ਇਸ ਲਈ ਕੋਈ ਵੀ ਆਪਾਂ ਡਾਇਰੈਕਟ ਔਰਗੇਨਾਈਜ਼ਿੰਗ, ਡਾਇਰੈਕਟ ਆਪਾਂ ਸਟਾਫਿੰਗ 'ਤੇ ਨਹੀਂ ਪਹੁੰਚ ਸਕਦੇ। ਇਸ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਲੈਨਿੰਗ ਦੀ ਹੀ ਜ਼ਰੂਰਤ ਹੁੰਦੀ ਹੈ। ਤਾਂ ਅੱਗੇ ਦੇਖੋ ਪਰਵੇਸਿਵ ਥਰਡ ਪੁਆਇੰਟ ਹੈ, ਫੀਚਰ ਨੇਚਰ ਦਾ। ਦੇਖੋ ਪਲੈਨਿੰਗ ਦੇ ਵਿੱਚ ਪਲੈਨਿੰਗ ਇਜ਼ ਰਿਕੁਆਇਰਡ ਐਟ ਆਲ ਲੈਵਲ ਆਫ ਦਾ ਮੈਨੇਜਮੈਂਟ and in all type of organization. It is not a function restricted to top level managers only, but planning is done by manager at every level. Formation of major plan and framing of overall policy is the task of top level manager, whereas department manager from plan for their respective departments, and lower level manager take plan to support overall objective and to carry on day to day activities. ਦੇਖੋ ਜਿਹੜਾ ਪਲੈਨਿੰਗ ਹੁੰਦਾ ਉਹ ਪਰਵੇਸਿਵ ਹੁੰਦਾ, ਠੀਕ ਹੈ। ਪਰ ਪਲੈਨਿੰਗ ਹਰ ਟਾਈਪ ਦੇ ਔਰਗੇਨਾਈਜੇਸ਼ਨ ਦੇ ਵਿੱਚ ਲਾਗੂ ਹੁੰਦਾ, ਹਰ ਲੈਵਲ ਆਫ ਔਰਗੇਨਾਈਜੇਸ਼ਨ ਦੇ ਉੱਤੇ ਲਾਗੂ ਹੁੰਦਾ। ਕੋਈ ਵੀ ਬਿਜ਼ਨਸ ਹੈ ਨਹੀਂ ਹੈਗਾ ਜਿਹੜਾ ਜਿੱਥੇ ਪਲੈਨਿੰਗ ਨਾ ਹੁੰਦੀ ਹੋਵੇ। ਇਸ ਲਈ ਪਲੈਨਿੰਗ ਹਰ ਜਗ੍ਹਾ 'ਤੇ ਲੱਗਦਾ, ਹਰ ਲੈਵਲ 'ਤੇ ਲੱਗਦਾ, ਚਾਹੇ ਉਹ ਟੋਪ ਲੈਵਲ ਹੋਵੇ, ਚਾਹੇ ਉਹ ਮਿਡ ਲੈਵਲ ਹੋਵੇ, ਚਾਹੇ ਉਹ ਲੋ ਲੈਵਲ ਹੋਵੇ। ਟੋਪ ਲੈਵਲ ਦੇ ਉੱਤੇ ਆਪਾਂ ਕੋਈ ਵੀ ਪਲਾਨ ਨੂੰ ਐਗਜ਼ੀਕਿਊਟ ਕਰਨਾ ਹੁੰਦਾ, ਬਣਾਉਣਾ ਹੁੰਦਾ, ਠੀਕ ਹੈ, ਉੱਥੇ ਵੀ ਪਲੈਨਿੰਗ ਚਾਹੀਦੀ ਹੁੰਦੀ ਹੈ। ਮਿਡ ਲੈਵਲ 'ਤੇ ਉਸ ਪਲਾਨ ਨੂੰ ਅੱਗੇ ਫਰੇਮਿੰਗ ਕਰਨਾ ਹੁੰਦਾ, ਠੀਕ ਹੈ, ਜੋ ਟੋਪ ਲੈਵਲ ਨੇ ਬਣਾਇਆ। ਫਿਰ ਅੱਗੇ ਲੋ ਲੈਵਲ ਦੇ ਉੱਤੇ ਉਹਦੇ ਉੱਤੇ ਕੰਮ ਕਰਨਾ ਹੁੰਦਾ। ਤਾਂ ਇਸ ਲਈ ਪਲੈਨਿੰਗ ਹਰ ਜਗ੍ਹਾ 'ਤੇ ਲੱਗਦੀ ਆ। ਬਿਨਾਂ ਪਲਾਨ ਤੋਂ ਕੋਈ ਵੀ ਕੰਮ ਨਹੀਂ ਹੋ ਸਕਦਾ। ਇਸ ਲਈ ਪਲੈਨਿੰਗ ਪਰਵੇਸਿਵ ਹੁੰਦੀ ਹੈ। ਹਰ ਔਰਗੇਨਾਈਜੇਸ਼ਨ ਵਿਦਾਊਟ ਪਲਾਨ ਤੋਂ ਨਹੀਂ ਚੱਲ ਸਕਦੀ, ਇਸ ਲਈ ਇਹ ਪਰਵੇਸਿਵ ਹੁੰਦੀ ਆ। ਆਈ ਹੋਪ ਸਾਰਿਆਂ ਨੂੰ ਤੀਸਰਾ ਪੁਆਇੰਟ ਕਲੀਅਰ ਹੋ ਗਿਆ ਹੋਣਾ। ਕਲੀਅਰ ਕੱਟ ਕੱਲਾ ਲਾਈਨ ਤੁਹਾਨੂੰ ਮੈਂ ਸਮਝਾਈ ਹੈ, ਅਤੇ ਇਸ ਲਈ ਤੁਹਾਨੂੰ ਕਲੀਅਰ ਕੱਟ ਸਮਝ ਆ ਗਿਆ ਹੋਣਾ। ਅੱਗੇ ਦੇਖੋ ਪਲੈਨਿੰਗ ਇਜ਼ ਫੋਰਵਰਡ ਲੁਕਿੰਗ, ਫਿਊਰਿਸਟਿਕ ਹੁੰਦੀ ਆ। ਦੇਖੋ ਫੋਰਵਰਡ ਲੁਕਿੰਗ ਹੁੰਦੀ ਆ। ਦੇਖੋ ਪਲੈਨਿੰਗ ਆਲਵੇਜ਼ ਮੀਨਸ ਲੁਕਿੰਗ ਅਹੈਡ, ਔਰ ਪਲੈਨਿੰਗ ਇਜ਼ ਫਿਊਰਿਸਟਿਕ function. Planning is never done for the past. All the manager try to make a prediction and assumption for future, and these prediction are made on the basis of past experience of the manager. ਇਹ ਲਾਈਨ ਨੂੰ ਅੰਡਰਲਾਈਨ ਕਰੋ। and with the regular and intelligent scanning of the journal environment. ਧਿਆਨ ਨਾਲ ਸੁਣੋ, ਕਹਿੰਦੇ ਪਲੈਨਿੰਗ ਹਮੇਸ਼ਾ ਫੋਰਵਰਡ ਲੁਕਿੰਗ ਹੁੰਦੀ ਆ। ਕਿਵੇਂ ਹੁੰਦੀ ਆ
ਕਹਿੰਦੇ ਪਲੈਨਿੰਗ ਹਮੇਸ਼ਾ ਫਿਊਚਰ ਨੂੰ ਦੇਖ ਕੇ ਬਣਾਈ ਜਾਂਦੀ ਹੈ, ਫਿਊਚਰ ਲਈ ਬਣਾਈ ਜਾਂਦੀ ਹੈ। ਧਿਆਨ ਨਾਲ ਸੁਣੋ, ਪਲੈਨਿੰਗ ਹਮੇਸ਼ਾ ਫਿਊਚਰ ਲਈ ਬਣਾਈ ਜਾਂਦੀ ਹੈ। ਕਿੱਥੇ ਬਣਾਈ ਜਾਂਦੀ ਹੈ? ਪ੍ਰੈਜੈਂਟ 'ਚ। ਅਤੇ ਕਿਹਨੂੰ ਦੇਖ ਕੇ ਬਣਾਈ ਜਾਂਦੀ ਹੈ? ਪਾਸਟ ਦੇ ਐਕਸਪੀਰੀਅੰਸ ਨੂੰ ਦੇਖ ਕੇ। ਬੜੇ ਧਿਆਨ ਨਾਲ ਲਾਈਨ ਨਾਲ ਸੁਣਿਓ, ਮੈਂ ਜੋ ਲਾਈਨ ਬੋਲ ਰਿਹਾ ਉਹਨੂੰ ਬਹੁਤ ਧਿਆਨ ਨਾਲ ਸੁਣਨਾ। ਪਲੈਨਿੰਗ ਹਮੇਸ਼ਾ ਫਿਊਚਰ ਲਈ ਬਣਾਈ ਜਾਂਦੀ ਹੈ। ਕਿੱਥੇ ਬਣਾਈ ਜਾਂਦੀ ਹੈ? ਪ੍ਰੈਜੈਂਟ ਦੇ ਵਿੱਚ। ਕਿਹਨੂੰ ਦੇਖ ਕੇ ਬਣਾਈ ਜਾਂਦੀ ਹੈ? ਪਾਸਟ ਐਕਸਪੀਰੀਅੰਸ ਨੂੰ ਦੇਖ ਕੇ। ਠੀਕ ਹੈ। ਅਤੇ ਕਦੇ ਵੀ ਪਲੈਨਿੰਗ ਪਾਸਟ 'ਚ ਨਹੀਂ ਬਣਾਈ ਜਾ ਸਕਦੀ, ਇਸ ਲਈ ਪਲੈਨਿੰਗ ਹਮੇਸ਼ਾ ਪ੍ਰੈਜੈਂਟ 'ਚ ਬਣਦੀ ਹੈ ਔਰ ਹਮੇਸ਼ਾ ਫਿਊਚਰ ਲਈ ਬਣਦੀ ਹੈ। ਠੀਕ ਹੈ। ਤਾਂ ਇਹ ਪਲੈਨਿੰਗ ਇਸ ਲਈ ਫੋਰਵਰਡ ਲੁਕਿੰਗ ਹੁੰਦੀ ਹੈ। ਆਹ ਸਮਝ ਆ ਗਈ ਸਾਰਿਆਂ ਨੂੰ? ਅੱਗੇ ਦੇਖੋ, ਪਲੈਨਿੰਗ ਇਜ਼ ਕੰਟੀਨਿਊਸ। ਕਹਿੰਦੇ ਪਲੈਨਿੰਗ ਕੰਟੀਨਿਊਸ ਹੈ। ਕਿਵੇਂ ਪਲੈਨਿੰਗ ਕੰਟੀਨਿਊਸ ਹੈ? ਪਲੈਨਿੰਗ ਇਜ਼ ਇ ਨੈਵਰ ਐਂਡਿੰਗ ਔਰ ਕੰਟੀਨਿਊ ਪ੍ਰੋਸੈਸ, ਬਿਕੋਜ਼ ਆਫਟਰ ਮੇਕਿੰਗ ਪਲਾਨ ਆਲਸੋ ਵਨ ਹੈਜ਼ ਟੂ ਬੀ ਇਨ ਟੱਚ ਵਿਦ ਦ ਚੇਂਜਿਸ in changing environment and in the selection of one best way. So after making plan, also planner keep making changes in plan according to the requirement of the company. For example, if the plan is made during the boom period and during its execution there is a depression period, the planner have to make changes according to the condition prevailing. ਕਹਿੰਦੇ ਪਲੈਨਿੰਗ ਹਮੇਸ਼ਾ ਕੰਟੀਨਿਊ ਚੱਲਦੀ ਹੈ। ਪਲੈਨਿੰਗ ਤੁਹਾਨੂੰ ਮੈਂ ਦੱਸਿਆ ਕਿ ਇਹ ਨੈਵਰ ਐਂਡਿੰਗ ਪ੍ਰੋਸੈਸ ਹੈ, ਹਮੇਸ਼ਾ ਚੱਲਦੀ ਰਹਿੰਦੀ ਹੈ। ਕੋਈ ਹਮੇਸ਼ਾ ਡਿਪੈਂਡ ਕਰਦਾ ਬਿਜ਼ਨਸ ਟੂ ਬਿਜ਼ਨਸ, ਸਿਚੁਏਸ਼ਨ ਟੂ ਸਿਚੁਏਸ਼ਨ। ਇਹ ਪਲਾਨ ਹਮੇਸ਼ਾ ਸਿਚੁਏਸ਼ਨ ਦੇ ਅਕੋਰਡਿੰਗ ਚੱਲਦੀ ਹੈ। ਠੀਕ ਹੈ। ਕਿਉਂਕਿ ਆਪਣਾ ਜਿਹੜਾ ਬਿਜ਼ਨਸ ਇਨਵਾਇਰਮੈਂਟ ਹੈ ਉਹ ਲਗਾਤਾਰ ਚੇਂਜ ਹੁੰਦਾ। ਜੇ ਅਗਰ ਬਾਰ ਬਾਰ ਬਿਜ਼ਨਸ ਇਨਵਾਇਰਮੈਂਟ ਲਗਾਤਾਰ ਚੇਂਜ ਹੋਏਗਾ ਤਾਂ ਆਪਣੀ ਪਲੈਨਿੰਗ ਵੀ ਉਸੇ ਹਿਸਾਬ ਨਾਲ ਕੀ ਹੁੰਦੀ ਰਹਿੰਦੀ ਹੈ? ਚੇਂਜ ਹੁੰਦੀ ਰਹਿੰਦੀ ਹੈ। ਤੁਸੀਂ ਇਗਜ਼ਾਮਪਲ ਦੇਖਿਆ ਹੋ, ਜਿਵੇਂ ਆਪਣਾ ਬੂਮ ਪੀਰੀਅਡ ਚੱਲ ਰਿਹਾ ਤਾਂ ਆਪਾਂ ਐਗਜ਼ੀਕਿਊਸ਼ਨ ਕਰ ਲਈਏ ਡਿਪਰੈਸ਼ਨ ਪੀਰੀਅਡ ਦੇ ਅਕੋਰਡਿੰਗ ਪਲੈਨਿੰਗ ਕਰ ਲਈਏ ਤਾਂ ਵੀ ਆਪਣਾ ਕੰਮ ਨਹੀਂ ਚੱਲ ਸਕਦਾ। ਇਸ ਲਈ ਆਪਾਂ 'ਚ ਬੂਮ ਪੀਰੀਅਡ ਹੈ ਤਾਂ ਬੂਮ ਪੀਰੀਅਡ ਦੇ ਅਕੋਰਡਿੰਗ ਪਲੈਨਿੰਗ ਹੋਏਗੀ, ਜਾਂ ਡਿਪਰੈਸ਼ਨ ਪੀਰੀਅਡ ਹੈ ਡਿਪਰੈਸ਼ਨ ਪੀਰੀਅਡ ਦੇ ਅਕੋਰਡਿੰਗ ਪਲੈਨਿੰਗ ਹੋਏਗੀ। ਤਾਂ ਕਹਿਣ ਦਾ ਮਤਲਬ ਸਿੰਪਲ ਹੈ ਕਿ ਜਿਹੜਾ ਪਲੈਨਰ ਹੁੰਦਾ ਸਿਚੁਏਸ਼ਨ ਦੇ ਹਿਸਾਬ ਨਾਲ ਆਪਣੇ ਪਲਾਨ ਨੂੰ ਚੇਂਜ ਕਰਦਾ ਰਹਿੰਦਾ ਅਤੇ ਉਹ ਉਸ ਹਿਸਾਬ ਨਾਲ ਆਪਣੇ ਪਲਾਨ ਨੂੰ ਐਗਜ਼ੀਕਿਊਟ ਕਰਦਾ ਰਹਿੰਦਾ। ਤਾਂ ਇਸ ਲਈ ਪਲੈਨਿੰਗ ਹਮੇਸ਼ਾ ਕੀ ਹੁੰਦੀ ਹੈ? ਕੰਟੀਨਿਊਸ ਹੁੰਦੀ ਹੈ। ਪਲੈਨਿੰਗ ਇਨਵੋਲਵ ਡਿਸੀਜ਼ਨ ਮੇਕਿੰਗ। ਕਹਿੰਦੇ ਪਲੈਨਿੰਗ ਹਮੇਸ਼ਾ ਡਿਸੀਜ਼ਨ ਮੇਕਿੰਗ ਹੁੰਦੇ ਨੇ। ਦੇਖੋ, ਦ ਪਲੈਨਿੰਗ ਫੰਕਸ਼ਨ ਇਜ਼ ਨੀਡਡ ਓਨਲੀ when different alternatives are available and we have to select most suitable alternatives. We cannot imagine planning is in absence of choice, because in planning function manager evaluate various alternative and select the most appropriate. But if there is one alternative available, then there is no requirement of planning. For example, to import the technology, if the license is only with the STC, State Trading Corporation, then company have no choice but to import the technology through STC only. But if there is a 4-5 import agency included in the task, then the planner have to evaluate term and condition of all the agencies and select the most suitable from the company point of view. ਧਿਆਨ ਨਾਲ ਸਿੰਪਲ ਜੀ ਗੱਲ ਸਮਝੋ, ਸਿੰਪਲ ਜਿਹਾ ਪੁਆਇੰਟ ਸਮਝੋ ਕਿ ਪਲੈਨਿੰਗ ਹਮੇਸ਼ਾ ਡਿਸੀਜ਼ਨ ਮੇਕਿੰਗ ਹੁੰਦੀ ਹੈ। ਪਲੈਨਿੰਗ ਹਮੇਸ਼ਾ ਡਿਸੀਜ਼ਨ ਮੇਕਿੰਗ ਕਿਉਂ ਹੁੰਦੀ ਹੈ? ਕਹਿੰਦੇ ਜੇਕਰ ਆਪਣੇ ਕੋਲ ਬਹੁਤ ਸਾਰੇ ਅਲਟਰਨੇਟਿਵਸ ਨੇ ਤਾਂ ਆਪਾਂ ਮੋਸਟ ਸੂਟੇਬਲ ਜਿਹੜਾ ਆਪਣੇ ਬਿਜ਼ਨਸ ਲਈ ਇੰਪੋਰਟੈਂਟ ਹੈ ਉਹੀ ਅਲਟਰਨੇਟਿਵ ਨੂੰ ਆਪਾਂ ਚੂਜ਼ ਕਰਦੇ ਹਾਂ, ਜਿਹੜਾ ਆਪਣੇ ਲਈ ਬੈਸਟ ਤੋਂ ਬੈਸਟ ਹੁੰਦਾ। ਅਗਰ ਆਪਣੇ ਕੋਲ ਅਲਟਰਨੇਟਿਵਸ ਹੀ ਅਵੇਲੇਬਲ ਨਹੀਂ ਹੈਗੇ, ਆਪਣੇ ਕੋਲ ਚੋਇਸ ਹੀ ਨਹੀਂ ਹੈਗੀ, ਤਾਂ ਫਿਰ ਆਪਾਂ ਨੂੰ ਉਹੀ ਅਲਟਰਨੇਟਿਵ ਚੂਜ਼ ਕਰਨਾ ਚਾਹੀਦਾ ਹੈ ਜਿਹੜਾ ਆਪਣੇ ਕੋਲ ਹੈਗਾ। ਆਪਾਂ ਨੂੰ ਮਜਬੂਰਨ ਉਹੀ ਅਲਟਰਨੇਟਿਵ ਦੇਖਣਾ ਪੈਂਦਾ। ਪਰ ਆਪਾਂ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਅਲਟਰਨੇਟਿਵਸ ਦੇਖਦੇ ਹਾਂ ਤਾਂ ਜੋ ਆਪਾਂ ਨੂੰ ਬੈਸਟ ਤੋਂ ਬੈਸਟ ਜਿਹੜਾ ਅਲਟਰਨੇਟਿਵ ਵਧੀਆ ਲੱਗਦਾ ਉਸ ਹਿਸਾਬ ਨਾਲ ਆਪਾਂ ਪਲਾਨ ਕਰਦੇ ਹਾਂ। ਠੀਕ ਹੈ। ਐਗਜ਼ਾਮਪਲ ਦੇਖੋ, ਜਿਵੇਂ ਇੰਪੋਰਟ ਟੈਕਨੋਲੋਜੀ ਕੰਪਨੀ ਹੈ, ਉਹਦਾ ਲਾਇਸੈਂਸ STC ਨਾਲ ਹੈ। ਜੇ ਅਗਰ ਉਹਦੇ ਕੋਲ ਕੋਈ ਚੋਇਸ ਨਹੀਂ ਹੈਗੀ ਤਾਂ ਫਿਰ ਉਹਦੇ ਨਾਲ ਹੀ ਜਾਏਗਾ। ਅਗਰ ਚੋਇਸ ਹੈ ਤਾਂ ਜਿੰਨੀ ਜ਼ਿਆਦਾ ਹੈ ਏਜੰਸੀਆਂ ਤਾਂ ਉਹਨਾਂ ਨਾਲ ਫਿਰ ਆਪਾਂ ਉਹ ਜ਼ਿਆਦਾ ਤੋਂ ਜ਼ਿਆਦਾ ਮਤਲਬ ਬੈਸਟ ਅਲਟਰਨੇਟਿਵ ਚੂਜ਼ ਕਰ ਸਕਦੀ ਹੈ ਏਜੰਸੀਆਂ ਨਾਲ, ਤਾਂ ਆਪਣੇ ਇੰਪੋਰਟ ਬਿਜ਼ਨਸ ਨੂੰ ਵਧਾਉਣ ਵਾਸਤੇ। ਸਿੰਪਲ ਜੀ ਗੱਲ ਹੈ, ਡਿਸੀਜ਼ਨ ਮੇਕਿੰਗ ਹੁੰਦੀ ਹੈ, ਬੈਸਟ ਅਲਟਰਨੇਟਿਵ ਨੂੰ ਚੂਜ਼ ਕਰਨਾ ਇਹ ਡਿਸੀਜ਼ਨ ਮੇਕਿੰਗ ਵਾਲਾ ਪੁਆਇੰਟ ਆ ਜਾਂਦਾ ਹੈ। ਸਟੂਡੈਂਟਸ ਕਲੀਅਰ ਹੋ ਗਿਆ ਸਾਰਿਆਂ ਨੂੰ? ਅੱਗੇ ਦੇਖੋ,
प्लैनिंग इज़ ए मैंटल एक्सरसाइज। कहते प्लैनिंग हमेशा मैंटल एक्सरसाइज है। देखो, इट इज़ ए मैंटल एक्सरसाइज, प्लैनिंग इज़ ए मैंटल प्रोसेस विच require higher thinking. That is why it is kept separate from operational activity by teller. In planning assumption, the prediction regarding future are made by scanning the environment properly. This activity require higher level of intelligence. Secondly, in planning, various alternatives are evaluated and the most suitable is selected, which again require higher level of intelligence. So it is a right to call planning an इंटलैक्चुअल प्रोसैस। कहते प्लैनिंग हमेशा की एक मैंटल एक्सरसाइज है। देखो सिंपल जी गल है, प्लैन ਐਵੇਂ ਤਾਂ ਹੁੰਦਾ ਨਹੀਂਗਾ, ਉਹਦੇ ਲਈ ਬਹੁਤ ਜ਼ਿਆਦਾ ਥਿੰਕਿੰਗ, ਬਹੁਤ ਜ਼ਿਆਦਾ ਹਾਈ ਲੈਵਲ ਦੀ ਥਿੰਕਿੰਗ ਆਪਾਂ ਨੂੰ ਚਾਹੀਦੀ ਹੁੰਦੀ ਹੈ। ਇਸ ਲਈ ਇਹ ਕੀ ਕਰਦੀ ਰਹਿੰਦੀ ਹੈ, ਮੈਂਟਲ ਐਕਸਰਸਾਈਜ਼ ਹੁੰਦੀ ਹੈ, ਜਿਸ ਨਾਲ ਆਪਾਂ ਨੂੰ ਹੋਰ ਵੱਧ ਤੋਂ ਵੱਧ ਆਪਾਂ ਨੂੰ ਸੋਚਣ ਲਈ ਮਿਲਦਾ ਹੈ ਕਿ ਹਾਂ ਇਸ ਤਰੀਕੇ ਨਾਲ ਹੋ ਸਕਦਾ, ਇਸ ਤਰੀਕੇ ਨਾਲ ਹੋ ਸਕਦਾ, ਤਾਂ ਜੋ ਆਪਾਂ ਬੈਸਟ ਤੋਂ ਬੈਸਟ ਮੋਸਟ ਸੂਟੇਬਲ ਚੀਜ਼ ਨੂੰ ਆਪਾਂ ਥਿੰਕਿੰਗ ਕਰਕੇ ਆਪਾਂ ਆਪਣੇ ਪਲੈਨਿੰਗ ਨੂੰ, ਆਪਣੇ ਓਬਜੈਕਟਿਵਜ਼ ਨੂੰ ਹੋਰ ਵਧੀਆ ਬਣਾ ਸਕੀਏ। ਤਾਂ ਇਸ ਲਈ ਇਹ ਕੀ ਆਪਣਾ ਪਲੈਨਿੰਗ ਕੀ ਹੁੰਦੀ ਹੈ, ਹਮੇਸ਼ਾ ਆਪਣੀ ਮੈਂਟਲ ਐਕਸਰਸਾਈਜ਼ ਕਰਾਉਂਦੀ ਹੈ, ਤਾਂ ਜੋ ਆਪਣੀ ਹਾਇਰ ਥਿੰਕਿੰਗ ਲੈਵਲ ਵਧਾਉਂਦੀ ਹੈ। ਇਸ ਲਈ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ ਹੈ। ਤਾਂ ਸਿੰਪਲ ਕਲੀਅਰ ਹੋ ਗਿਆ ਹੋਊਗਾ ਸਾਰਿਆਂ ਨੂੰ, ਫੀਚਰ ਤੁਹਾਡੇ ਪੂਰੇ ਚੰਗੀ ਤਰ੍ਹਾਂ ਕਲੀਅਰ ਹੋ ਗਏ। 7 ਪੁਆਇੰਟ ਨੇਗੇ, ਠੀਕ ਹੈ, 7 ਪੁਆਇੰਟ ਤੁਹਾਨੂੰ ਐਵੇਂ ਹੀ ਯਾਦ ਹੋਣੇ ਚਾਹੀਦੇ ਨੇਗੇ। ਅੱਗੇ ਆਪਾਂ ਇਸ ਨਾਲ ਰਿਲੇਟਡ ਹੀ ਕੇਸ ਸਟੱਡੀਜ਼ ਕਰ ਲੈਂਦੇ ਹਾਂ। ਦੇਖੋ ਸਟੂਡੈਂਟਸ, देखो, to get success in business, all manager need to work hard in thinking about future, in making business prediction and achieving targets. The above line describe on the concept name that। ਕਹਿੰਦੇ ਹੁਣ ਦੇਖੋ, to get success in business, ਬਿਜ਼ਨਸ ਸਕਸੈਸ ਪਾਉਣ ਲਈ ਮੈਨੇਜਰ ਨੂੰ ਵਰਕ ਹਾਰਡ ਦੀ ਜ਼ਰੂਰਤ ਹੈ, ਥਿੰਕਿੰਗ ਦੀ ਜ਼ਰੂਰਤ ਹੈ, ਬਿਜ਼ਨਸ ਵਧੀਆ ਟਾਰਗੇਟ ਅਚੀਵ ਕਰਨੇ ਨੇ। ਤਾਂ ਕਿਹੜਾ ਕੰਸੈਪਟ ਇਹਦੇ ਅੰਦਰ ਲੱਗੇਗਾ? ਦੇਖੋ ਕੋਆਰਡੀਨੇਸ਼ਨ, ਠੀਕ ਹੈ, ਜ਼ਰੂਰਤ ਤਾਂ ਹੈ। ਹੁਣ ਦੇਖੋ ਮੈਨੇਜਮੈਂਟ, ਕੋਆਰਡੀਨੇਸ਼ਨ ਜਾਂ ਨਨ ਆਫ ਦੀਸ ਜਾਂ ਪਲੈਨਿੰਗ। ਹੁਣ ਇਹਦੇ ਵਿੱਚ ਕਿਹੜਾ ਪੁਆਇੰਟ ਆ ਸਕਦਾ? ਹੁਣ ਸਿੰਪਲ ਜੀ ਗੱਲ ਦੇਖੋ, ਜੇਕਰ ਆਪਾਂ ਨੂੰ ਬਿਜ਼ਨਸ ਸਕਸੈਸ ਲੈਣੀ ਹੈ, ਆਪਾਂ ਨੂੰ ਵਰਕ ਹਾਰਡ ਦੀ ਜ਼ਰੂਰਤ ਹੈ, ਆਪਾਂ ਨੂੰ ਫਿਊਚਰ ਵਾਸਤੇ ਥਿੰਕਿੰਗ ਕਰਨੀ ਹੈ ਕਿ ਕਿਵੇਂ ਆਪਾਂ ਨੇ ਕੰਮ ਕਰਨਾ, ਕਿਵੇਂ ਨਹੀਂ ਕਰਨਾ, ਤਾਂ ਟਾਰਗੇਟਸ ਪਲੈਨਿੰਗ ਦੇ ਨਾਲ ਹੀ ਐਗਜ਼ੀਕਿਊਟ ਹੋਣਗੇ। ਤਾਂ ਇਸ ਲਈ ਇਹਦਾ ਪੁਆਇੰਟ ਦਾ ਆਨਸਰ ਆ ਜਾਂਦਾ ਪਲੈਨਿੰਗ। Planner are supposed to be highly intellectual as they have to analyze environment to make prediction regarding future, compare various alternative and select the best. It is related to which feature of planning। ਹੁਣ ਸਿੰਪਲ ਦੇਖੋ ਕੀ ਗੱਲ ਕਰ ਰਹੇ, ਹਾਈਲੀ ਇੰਟਲੈਕਚੁਅਲੀ। ਇੰਟਲੈਕਚੁਅਲ ਦਾ ਮਤਲਬ ਹੁੰਦਾ ਥਿੰਕਿੰਗ ਲੈਵਲ ਦੀ ਗੱਲਾਂ ਕਰ ਰਹੇ ਨੇ। they have to analyze the environment prediction regarding future, best alternative choose ਕਰਨਾ। ਕਹਿਣ ਦਾ ਮਤਲਬ ਹੁਣ ਦੇਖੋ ਇਨਵੋਲਵ ਡਿਸੀਜ਼ਨ ਮੇਕਿੰਗ, ਡਿਸੀਜ਼ਨ ਮੇਕਿੰਗ ਦੇ ਵਿੱਚ ਤਾਂ ਹੈਗਾ ਹਾਈਲੀ ਇੰਟਲੈਕਚੁਅਲ ਦਾ ਪੁਆਇੰਟ ਇਹਦੇ ਅੰਦਰ ਆ ਜਾਂਦਾ, ਠੀਕ ਹੈ। ਡਿਸੀਜ਼ਨ ਮੇਕਿੰਗ ਦੇ ਵਿੱਚ ਇਹ ਨਹੀਂ ਆਉਂਦਾ, ਨਹੀਂ ਜੇਕਰ ਹਾਈਲੀ ਇੰਟਲੈਕਚੁਅਲ ਨਾ ਹੁੰਦਾ ਤਾਂ ਕੁਛ ਨਾ ਕੁਛ ਆਪਾਂ ਸੋਚ ਸਕਦੇ ਸੀ, ਡਿਸੀਜ਼ਨ ਮੇਕਿੰਗ ਆ ਸਕਦਾ। ਫਾਰਵਰਡ ਲੁਕਿੰਗ ਨਾਲ ਇਹਦੇ ਨਾਲ ਰਿਲੇਟਡ ਦਾ ਕੁਛ ਹੈ ਨਹੀਂ ਗਾ। ਮੈਂਟਲ ਐਕਸਰਸਾਈਜ਼ ਦੇਖੋ ਹਾਈਲੀ ਇੰਟਲੈਕਚੁਅਲ ਦੀ ਗੱਲ ਕਰ ਰਿਹਾ ਤਾਂ ਇਹ ਹੋ ਸਕਦਾ ਹੈ ਪੁਆਇੰਟ ਹੈ। ਪ੍ਰਾਇਮਰੀ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਬੈਸਟ ਮੋਸਟ ਸੂਟੇਬਲ ਆਨਸਰ ਕੀ ਆ? ਸੀ। ਇਹ ਏ ਅਤੇ ਸੀ ਦੇ ਵਿੱਚ ਹੋ ਸਕਦਾ, ਬਟ ਹਾਈਲੀ ਇੰਟਲੈਕਚੁਅਲ ਦੇ ਕਾਰਨ ਇਸ ਲਈ ਇਹਦਾ ਪੁਆਇੰਟ ਕੀ ਹੈ? ਪਲੈਨਿੰਗ ਇਜ਼ ਮੈਂਟਲ ਐਕਸਰਸਾਈਜ਼ ਹੈ। ਇਸ ਲਈ ਮੋਸਟ ਸੂਟੇਬਲ ਆਨਸਰ ਸੀ ਆਨਸਰ ਆਏਗਾ। ਕਲੀਅਰ ਹੈ ਗੱਲ ਸਾਰਿਆਂ ਨੂੰ? देखो स्टूडेंट्स, नेक्स्ट केस स्टडीज़। देखो स्टूडेंट्स, अनुपम ज्वाइनस एज ए सेल मैनेजर ऑफ ए कंपनी डीलिंग विद। पहला तो ये इत्थे आ पढ़ लिया करो कि पूछा की है। इन द कंटेस्ट ऑफ अबब केस आइडेंटिफाई द वेरीअस फीचर ऑफ प्लैनिंग। फीचर दसने ने प्लैनिंग ਜਿਹੜੇ ਆਪਾਂ ਹੁਣੀ ਪੜ੍ਹ ਕੇ ਹਟੇ ਹਾਂ। ਹਾਈਲਾਈਟ ਦਾ ਅਬਵ ਪੈਰਾ ਆਫ ਕੋਟਿੰਗ ਲਾਈਨ ਫਰੋਮ ਇਟ। ਕਹਿੰਦੇ ਇਹਦੇ ਵਿੱਚ ਜਿਹੜਾ ਲਾਈਨ ਹੈ ਉਹ ਹਾਈਲਾਈਟ ਕਰਨੀ ਹੈ ਕਿ ਆਹ ਲਾਈਨ ਇਸ ਪੁਆਇੰਟ ਨੂੰ ਕਹਿ ਰਹੀ ਹੈ, ਆਹ ਲਾਈਨ ਇਸ ਪੁਆਇੰਟ ਨੂੰ ਕਹਿ ਰਹੀ ਹੈ। ਹੁਣ ਫੀਚਰ ਦੇ ਤੁਹਾਨੂੰ 7 ਦੇ 7 ਪੁਆਇੰਟ ਯਾਦ ਹੋਣੇ ਚਾਹੀਦੇ ਆ। ਫਿਰ ਉਸ ਹਿਸਾਬ ਨਾਲ ਤੁਹਾਨੂੰ ਪੈਰੇ 'ਚ ਦੇਖਣਾ ਪਏਗਾ ਕਿ ਕਿਹੜੀ ਲਾਈਨ ਕਿਸ ਪੁਆਇੰਟ ਨੂੰ ਡਿਨੋਟ ਕਰ ਰਹੀ ਹੈ।
देखो, अनुपम जॉइनस एज ए सेल मैनेजर ऑफ कंपनी डीलिंग विद गारमेंट्स मैन्युफैक्चरिंग। कहते ਤਾਂ ਸਿਰਫ ਪਹਿਲੀ ਲਾਈਨ 'ਚ ਸਿਰਫ ਕੰਪਨੀ ਬਾਰੇ ਦੱਸਿਆ ਕਿ ਉਹਦਾ ਕੰਮ ਕੀ ਆ। ਬੀਇੰਗ ਪ੍ਰੋਫੈਸ਼ਨਲ ਇਨ ਦਿਸ ਅਪਰੋਚ ਹੀ ਨਿਊ ਦੈਟ ਵਿਦਾਊਟ ਗੁੱਡ ਪਲੈਨਰ ਹੀ ਵਿਲ ਨੋਟ ਬੀ ਏਬਲ ਟੂ ਔਰਗੇਨਾਈਜ਼ ਔਰ ਪਰਫਾਰਮ ਐਨੀ ਅਦਰ ਮੈਨੇਜਰਲ ਫੰਕਸ਼ਨ। ਹੁਣ ਦੇਖੋ, ਹੀ ਨਿਊ ਦੈਟ, ਇੱਥੇ ਵਿਦਾਊਟ ਗੁੱਡ ਪਲੈਨਿੰਗ, ਇੱਥੇ ਆਪ ਵਿਦਾਊਟ ਗੁੱਡ ਪਲੈਨਿੰਗ ਵਾਲੀ ਲਾਈਨ ਆਪ ਦੇ ਵਿੱਚ 7 ਪੁਆਇੰਟਾਂ ਦੇ ਵਿੱਚ ਕੋਈ ਨਾ ਕੋਈ ਪੁਆਇੰਟ ਆਉਂਦਾ। ਤਾਂ ਹੁਣ ਦੇਖੋ, ਜੇਕਰ ਕਹਿੰਦੇ ਵਿਦਾਊਟ, ਕਹਿੰਦੇ ਗੁੱਡ ਪਲੈਨਿੰਗ ਇਜ਼ ਹੀ ਵਿਲ ਨੋਟ ਬੀ ਅਵੇਲੇਬਲ ਟੂ। ਹੁਣ ਸਿੰਪਲ ਜੀ ਗੱਲ ਹੈ, ਇਹ ਪੁਆਇੰਟ ਕਿਹਨੂੰ ਗੱਲ ਕਰ ਰਿਹਾ? ਇਹ ਪੁਆਇੰਟ ਕਰ ਰਿਹਾ ਕਿ ਇਹ ਜਿਹੜਾ ਪ੍ਰਾਇਮਰੀ ਫੰਕਸ਼ਨ ਹੈ, ਇੱਥੇ ਤੁਸੀਂ ਇੱਥੇ ਲਗਾ ਸਕਦੇ ਹੋ ਹੀ ਨਿਊ ਦੈਟ ਵਿਦਾਊਟ ਗੁੱਡ ਪਲੈਨਿੰਗ ਹੀ ਵਿਲ ਨੋਟ। ਕਹਿੰਦੇ ਜਦੋਂ ਕੋਈ ਗੁੱਡ ਪਲਾਨ ਹੋਏਗਾ ਨਹੀਂ ਤਾਂ ਉਹ ਕੋਈ ਵੀ ਕੰਮ ਨੂੰ ਸਕਸੈਸਫੁਲੀ ਨਹੀਂ ਕਰ ਸਕਦੇ, ਐਫੀਸ਼ੀਐਂਟਲੀ ਪਰਫੈਕਟਲੀ ਨਹੀਂ ਕਰ ਸਕਦੇ। ਇਸ ਲਈ ਇਹ ਜਿਹੜੀ ਆ ਲਾਈਨ ਹੈ ਇਹ ਪ੍ਰਾਇਮਰੀ ਫੰਕਸ਼ਨ ਵਾਲਾ ਪੁਆਇੰਟ ਦੱਸਦੀ ਹੈ। ਓਨਲੀ ਔਨ ਦ ਬੇਸਿਸ ਆਫ ਸੇਲ ਫੋਰਕਾਸਟ। ਹੁਣ ਸੇਲ ਫੋਰਕਾਸਟ ਹੀ ਕੈਨ ਪ੍ਰਪੇਅਰ ਐਨੂਅਲ ਪਲਾਨ ਫॉर its production or sale beside he have been to prepare sale। देखो सिंपल जी गल है, ओनली ऑन द बेसिस ऑफ सेल फोरकास्ट। सेल फोरकास्ट मतलब फ्यूचर बारे दस रहा, सेल फोरकास्ट मतलब फ्यूचर बारे गल दस रहे हैं कि सेल फोरकास्ट होएगी। एनुअल प्लान प्रिपेयर किया जाता, फ्यूचर 'ਚ एनुअल प्लान प्रिपेयर किया जाता। ਤਾਂ ਹੁਣ ਇਹ ਜਿਹੜਾ ਸੇਲ ਫੋਰਕਾਸਟ ਵਾਲਾ ਪੁਆਇੰਟ ਹੈ ਫਿਊਰਿਸਟਿਕ ਵਾਲਾ ਪੁਆਇੰਟ ਆ ਜਾਂਦਾ। ਇਸ ਲਈ ਆਹ ਪੁਆਇੰਟ ਤੁਸੀਂ ਸੇਲ ਫੋਰਕਾਸਟ 'ਤੇ ਤੁਸੀਂ ਆਹ ਬਬਲ ਲਾਈਨ 'ਤੇ ਅੰਡਰਲਾਈਨ ਕਰ ਸਕਦੇ ਹੋ। ਸੇਲ ਫੋਰਕਾਸਟ ਤੋਂ ਲੈ ਕੇ ਸੇਲ ਤੱਕ ਇਹ ਤੁਹਾਡਾ ਕੀ ਆ, ਫਿਊਰਿਸਟਿਕ ਵਾਲਾ ਪੁਆਇੰਟ ਆ ਜਾਏਗਾ। ਇਹੀ ਨਿਊ ਵਾਲਾ ਤੁਹਾਡਾ ਕੀ ਆ, ਪ੍ਰਾਇਮਰੀ। ਸੇਲ ਫੋਰਕਾਸਟ ਵਾਲਾ ਫਿਊਰਿਸਟਿਕ ਆ। Okay, besides he will have to prepare sale plan regularly on the weekly, monthly, quarterly and half yearly basis। ਕਹਿੰਦੇ ਹੁਣ ਦੇਖੋ, ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਬਿਸਾਈਡ ਹੀ ਵਿਲ ਹੈਵ ਟੂ ਪ੍ਰਪੇਅਰ ਸੇਲ ਪਲਾਨ। ਕਹਿੰਦੇ ਪਲਾਨ ਕਰੋ ਕਿਵੇਂ ਵੀਕਲੀ, ਮੰਥਲੀ। ਹੁਣ ਇਹਨਾਂ ਨੇ ਕਿਹਾ ਕਿ ਜਿਹੜਾ ਪਲਾਨ ਬਾਰ-ਬਾਰ ਹੋ ਰਿਹਾ, ਵੀਕਲੀ ਹੋ ਰਿਹਾ, ਮੰਥਲੀ ਹੋ ਰਿਹਾ, ਕੁਆਟਰਲੀ ਹੋ ਰਿਹਾ, ਹਾਫ ਈਅਰਲੀ ਹੋ ਰਿਹਾ, ਬਾਰ-ਬਾਰ ਪਲਾਨ ਰੈਗੂਲਰਲੀ ਹੋ ਰਿਹਾ। ਤਾਂ ਇਸ ਰੈਗੂਲਰਲੀ ਵਰਡ ਨਾਲ ਹੁਣ ਇੱਥੇ ਕੀ ਪੁਆਇੰਟ ਆ ਜਾਂਦਾ, ਕੰਟੀਨਿਊ ਪ੍ਰੋਸੈਸ। ਤਾਂ ਕੰਟੀਨਿਊ ਪ੍ਰੋਸੈਸ ਵਾਲਾ ਪੁਆਇੰਟ ਇਹਦੇ ਅੰਦਰ ਆ ਜਾਏਗਾ। ਅੱਗੇ ਦੇਖੋ, ਵਾਈਲ ਪ੍ਰਪੇਅਰਿੰਗ ਦਾ ਸੇਲ ਫੋਰਕਾਸਟ ਹੀ ਅੰਡਰਟੇਕ ਇੰਟਲੈਕਚੁਅਲ ਥਿੰਕਿੰਗ ਇਨਵੋਲਵ ਫੋਰਸਾਈਟ ਵਿਜ਼ੂਲਾਈਜੇਸ਼ਨ। ਹੁਣ ਦੇਖੋ, ਫੋਰਕਾਸਟ ਹੀ ਅੰਡਰਸਟੈਂਡ ਇੰਟਲੈਕਚੁਅਲ ਥਿੰਕਿੰਗ। ਇੰਟਲੈਕਚੁਅਲ ਥਿੰਕਿੰਗ ਵਾਲਾ ਪੁਆਇੰਟ ਕੀ ਆ ਜਾਂਦਾ ਇਹਦੇ ਅੰਦਰ, ਮੈਂਟਲ ਐਕਸਰਸਾਈਜ਼। ਅੱਗੇ ਦੇਖੋ, ਇਨਵੋਲਵ foresight visualization rather than guesswork and he has to make sure that all these plan or activity concerned with the purpose of which business being carried out। ਹੁਣ ਦੇਖੋ, ਹੁਣ ਇਹਦੇ ਵਿੱਚ ਕੀ ਆਉਂਦਾ, ਹੁਣ ਹੀ ਅੰਡਰਸਟੈਂਡ ਆਪਣੇ ਇੰਟਲੈਕਚੁਅਲ ਤੱਕ ਤਾਂ ਕਰ ਲਿਆ। ਹੁਣ ਦੇਖੋ, ਆਹ ਜਿੰਨੀ ਲਾਈਨ ਰਹਿ ਗਈ, ਹੁਣ ਇਹਦੇ ਵਿੱਚ ਦੇਖੋ ਕੋਈ ਲਾਈਨ ਮਿਲਦੀ ਹੈ, ਇਨਵੋਲਵਿੰਗ ਫੋਰਸਾਈਟ ਵਿਜ਼ੂਲਾਈਜੇਸ਼ਨ ਰੈਦਰ ਦੈਨ ਗੈਸ ਵਰਕ ਐਂਡ he has to make sure that all these plan activity concerned with the purpose of which business is being carried out। ਹੁਣ ਦੇਖੋ, all these plan activity concerned, ਜੇ ਸਾਰੀ ਐਕਟੀਵਿਟੀ ਕੰਸਾਈਨਡ ਹੋ ਗਈ ਤਾਂ ਬਿਜ਼ਨਸ ਵਧੀਆ ਕੈਰੀ ਆਊਟ ਚੱਲੇਗਾ। ਤਾਂ ਇਹ ਕਿਸ ਲਾਈਨ ਨੂੰ ਦੱਸ ਰਿਹਾ, ਓਬਜੈਕਟਿਵ ਅਚੀਵ ਕਰਨ ਨੂੰ ਦੱਸ ਰਿਹਾ। ਤਾਂ ਆਹ ਵਾਲਾ ਪੁਆਇੰਟ ਓਬਜੈਕਟਿਵ ਅਚੀਵ ਕਰਨ ਵਾਲਾ ਹੋਊਗਾ। ਤਾਂ ਇਹ ਪੂਰੇ ਪੈਰੇ ਦੇ ਵਿੱਚ 5 ਪੁਆਇੰਟ ਆਉਂਦੇ ਨੇ 7 ਪੁਆਇੰਟਾਂ ਦੇ ਵਿੱਚੋਂ। ਐਵੇਂ ਨਹੀਂ ਕਿ ਫੀਚਰ ਕਹਤੇ ਹਾਂ ਸੱਤੇ ਲਿਖਿਆ ਹੋ, ਠੀਕ ਹੈ। ਜਿਹੜਾ ਪੁਆਇੰਟ ਲਾਈਨ ਜਿਸ ਪੁਆਇੰਟ ਨੂੰ ਡੋਨੇਟ ਕਰ ਰਹੀ ਹੈ ਉਸੇ ਲਾਈਨ ਨੂੰ ਉਸੇ ਹਿਸਾਬ ਨਾਲ ਹੀ ਲਿਖਣਾ ਹੈ ਇਹਦੇ ਅੰਦਰ। ਅਤੇ ਸਟੂਡੈਂਟਸ ਹੁਣ ਦੇਖੋ, ਤੁਸੀਂ ਦਿਮਾਗ ਲਗਾਓ, ਇਸ ਪੂਰੇ ਪੈਰੇ ਦੇ ਵਿੱਚ 5 ਪੁਆਇੰਟ ਤਾਂ ਡੀਲ ਹੋਏ ਅਤੇ 7 ਪੁਆਇੰਟ ਨੇ ਟੋਟਲ। ਉਹਦੇ ਵਿੱਚ 2 ਪੁਆਇੰਟ ਕਿਹੜੇ ਨਹੀਂ ਡੀਲ ਹੋਏ। ਇੱਕ ਤਾਂ ਇਹਦੇ ਵਿੱਚ ਪੁਆਇੰਟ ਨਹੀਂ ਡੀਲ ਹੋਇਆ ਪਰਵੇਸਿਵ ਵਾਲਾ। ਇੱਥੇ ਕੋਈ ਵੀ ਗੱਲ ਨਹੀਂ ਕੀਤੀ ਗਈ ਕਿ ਹਾਂ ਹਰ ਜਗ੍ਹਾ 'ਤੇ ਲੱਗ ਰਿਹਾ ਪਲਾਨ, ਆਹ 'ਤੇ ਲੱਗ ਰਿਹਾ, ਉਹ 'ਤੇ ਲੱਗ ਰਿਹਾ। ਤਾਂ ਇਸ ਲਈ ਇਹ 'ਤੇ ਪਰਵੇਸਿਵ ਵਾਲਾ ਪੁਆਇੰਟ ਇਹਦੇ ਅੰਦਰ ਨਹੀਂ ਆ ਸਕਦਾ। ਅਤੇ ਡਿਸੀਜ਼ਨ ਮੇਕਿੰਗ ਵਾਲਾ ਪੁਆਇੰਟ ਨਹੀਂ ਇਹਦੇ ਵਿੱਚ ਲੱਗਿਆ ਕਿਉਂਕਿ ਆਪਾਂ ਨੇ ਕੋਈ ਬੈਸਟ ਅਲਟਰਨੇਟਿਵ ਚੂਜ਼ ਨਹੀਂ ਕੀਤਾ ਇਸ ਪੂਰੇ ਪੈਰੇ ਦੇ ਵਿੱਚ। ਇਸ ਲਈ ਕੋਈ ਵੀ ਐਵੇਂ ਨਹੀਂ ਆਪਾਂ ਨੂੰ ਕੇਸ ਸਟੱਡੀ ਦਿੱਤੀ ਹੋਈ ਹੈ ਤਾਂ ਆਪਣੇ ਵੱਲੋਂ ਹੀ ਪੁਆਇੰਟ ਲਿਖੋ, ਕਿਉਂਕਿ ਇਹਨਾਂ ਦੇ ਰੀਜ਼ਨ ਹੁੰਦੇ ਨੇ ਕਿ ਹਾਂ ਆਹ ਪੁਆਇੰਟ ਕਿਉਂ ਨਹੀਂ ਆਇਆ ਹੈਗਾ। ਕਲੀਅਰ ਹੈ ਗੱਲ ਸਾਰਿਆਂ ਨੂੰ? ਜੇਕਰ ਤੁਸੀਂ ਐਵੇਂ ਲਿਖ ਦਿੰਦੇ ਹੋ ਪੁਆਇੰਟ ਜੋ ਪੈਰੇ ਨਾਲ ਲਿੰਕ ਨਹੀਂ ਕਰਦਾ ਤਾਂ ਫਿਰ ਉਹ ਐਗਜ਼ਾਮੀਨਰ ਤੁਹਾਡੇ ਮਾਰਕਸ ਪੂਰੇ ਕੱਟੇਗਾ। ਉਹ ਕਹੇਗਾ ਕਿ ਯਾਰ ਬੱਚੇ ਨੂੰ ਕੰਸੈਪਟ ਹੀ ਨਹੀਂ ਕਲੀਅਰ ਹੈਗਾ, ਠੀਕ ਹੈ। ਤਾਂ ਇਸ ਲਈ ਇਹ ਚੀਜ਼ਾਂ ਨੂੰ ਬਹੁਤ ਡੀਪਲੀ ਕਰਿਆ ਕਰੋ। ਬਿਜ਼ਨਸ ਸਟੱਡੀ ਇਹ ਬਹੁਤ ਡੀਪਲੀ ਪੜ੍ਹਨ ਵਾਲੀ ਹੈ, ਬਹੁਤ ਸੌਖੀ ਹੁੰਦੀ ਹੈ ਪਰ ਡੀਪਲੀ ਪੜ੍ਹਨ ਵਾਲੀ ਹੁੰਦੀ ਹੈ। ਅਤੇ ਸਟੂਡੈਂਟਸ ਜਦੋਂ ਤੁਸੀਂ ਕਲਾਸ ਲਗਾ ਲਈ ਤਾਂ ਦੇਖੋ ਆਪਾਂ
ਫੀਚਰ ਕਰ ਲਿਆ, ਮੀਨਿੰਗ ਕਰ ਲਿਆ। ਬਹੁਤ ਵਧੀਆ ਤਰੀਕੇ ਨਾਲ ਆਪਾਂ ਨੇ ਡੀਪਲੀ ਪੜ੍ਹ ਕੇ ਆਪਾਂ ਨੇ ਕਲੀਅਰ ਕਰ ਲਿਆ। ਆਈ ਹੋਪ ਸਾਰਿਆਂ ਨੂੰ ਸਮਝ ਆਇਆ ਹੋਊਗਾ। ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।